ਦੀ ਤਿਆਰੀ ਕਰ ਰਹੇ ਸਟੂਡੈਂਟਸ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਸਕਦੇ ਨੇ ਐਂਡ ਸਮਝ ਸਕਦੇ ਨੇ। ਜੇਕਰ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਆਉਣ ਵਾਲਾ ਪੇਪਰ ਕਿਹੋ ਜਿਹਾ ਹੋ ਸਕਦਾ ਹੈ, ਕਿਉਂਕਿ ਜਿੰਨੇ ਵੀ ਪ੍ਰਸ਼ਨਾਂ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਹ ਸਾਰੇ ਪ੍ਰਸ਼ਨ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਲਏ ਗਏ ਆ। ਇਸ ਕਲਾਸ ਤੋਂ ਬਾਅਦ ਤੁਹਾਨੂੰ ਸੇਮ PDF ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕਰ ਦਿੱਤੀ ਜਾਏਗੀ। ਆਪਣੇ ਟੈਲੀਗ੍ਰਾਮ ਚੈਨਲ ਦਾ ਨੇਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਸੋ ਇਸ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਗੱਲ ਕਰਦੇ ਹਾਂ ਪਹਿਲੇ ਪ੍ਰਸ਼ਨ ਦੀ। ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਕਿ ਪੜ੍ਹਾਉਣ ਦੀ ਕਿਸ ਵਿਧੀ ਅਨੁਸਾਰ ਉਦਾਹਰਨਾਂ ਤੋਂ ਨਿਯਮਾਂ ਵੱਲ ਜਾਂਦੇ ਹੈਗੇ ਆ। ਸੋ ਪੜ੍ਹਾਉਣ ਦੇ ਕੁਝ ਤੁਹਾਨੂੰ ਮੈਥਡ ਵੇਖਣ ਨੂੰ ਮਿਲਦੇ ਹੈਗੇ ਆ, ਜਿਹਦੇ ਵਿੱਚ ਦੱਸੋ ਕਿ ਇਹ ਆਗਮਨ ਵਿਧੀ ਹੈ ਜਾਂ ਫਿਰ ਇਹ ਨਿਗਮਨ ਵਿਧੀ ਹੈ ਜਾਂ ਫਿਰ ਇਹ ਸੂਤਰ ਵਿਧੀ ਹੈ ਜਾਂ ਫਿਰ ਇਹ ਅਨੁਕਰਨ ਵਿਧੀ ਹੈ। ਸਭ ਤੋਂ ਪਹਿਲਾਂ ਸਮਝ ਲੈਂਦੇ ਆ ਆਗਮਨ ਵਿਧੀ ਬਾਰੇ ਤੇ ਨਿਗਮਨ ਵਿਧੀ ਬਾਰੇ। ਆਗਮਨ ਵਿਧੀ ਨੂੰ ਤੁਸੀਂ ਅੰਗਰੇਜ਼ੀ ਵਿੱਚ ਕਹਿੰਦੇ ਹੋ ਜੀ ਇੰਡਕਟਿਵ ਮੈਥਡ। ਕੀ ਕਹਿੰਦੇ ਹੋ ਜੀ? ਇੰਡਕਟਿਵ ਮੈਥਡ। ਤੇ ਨਿਗਮਨ ਵਿਧੀ ਨੂੰ ਤੁਸੀਂ ਕਹਿ ਦਿੰਦੇ ਹੋ ਜੀ ਡਿਡਕਟਿਵ ਮੈਥਡ। ਡਿਡਕਟਿਵ ਮੈਥਡ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ। ਐਂਡ ਜਿਹੜੀਆਂ ਵੀ ਚੀਜ਼ਾਂ ਆਪਾਂ ਪੜ੍ਹ ਰਹੇ ਹਾਂ ਇਹ ਚੀਜ਼ਾਂ ਤੁਹਾਨੂੰ ਹਰੇਕ ਪੈਡਾਗੋਜੀ ਅੰਗਰੇਜ਼ੀ CDP ਸਾਰਿਆਂ ਵਿੱਚ ਕੰਮ ਆਉਣਗੀਆਂ। ਇੰਡਕਟਿਵ ਮੈਥਡ ਇਹ ਦੋਨੋਂ ਇਸ ਤਰ੍ਹਾਂ ਦੇ ਮੈਥਡ ਹੈਗੇ ਆ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ, ਖਾਸ ਕਰਕੇ ਲੈਂਗੁਏਜ ਪੰਜਾਬੀ ਜਾਂ ਫਿਰ ਅੰਗਰੇਜ਼ੀ ਸਬਜੈਕਟ ਜੇਕਰ ਆਪਾਂ ਪੜ੍ਹਾਉਣਾ ਆ ਤੇ ਇੰਡਕਟਿਵ ਐਂਡ ਡਿਡਕਟਿਵ ਮੈਥਡ ਦੀ ਵਰਤੋਂ ਜ਼ਿਆਦਾ ਕਰਦੇ ਆ। ਸੋ ਇੰਡਕਟਿਵ ਮੈਥਡ ਦੇ ਵਿੱਚ ਆਪਾਂ ਵੇਖਦੇ ਹਾਂ। ਪਹਿਲਾਂ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਦੇ ਦਿਓ। ਜਵਾਬ ਦੇਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਇੰਡਕਟਿਵ ਮੈਥਡ ਵਿੱਚ ਹੁੰਦਾ ਕੀ ਹੈ। ਜਦੋਂ ਆਪਾਂ ਐਗਜ਼ਾਮਪਲਾਂ ਤੋਂ ਰੂਲਸ ਵੱਲ ਜਾਂਦੇ ਹੈਗੇ ਆ, ਜਦੋਂ ਆਪਾਂ ਐਗਜ਼ਾਮਪਲਸ ਟੂ ਰੂਲਸ ਵੱਲ ਨੂੰ ਆਪਾਂ ਜਾਂਦੇ ਆ ਉਹਨੂੰ ਤੁਸੀਂ ਕਹਿੰਦੇ ਹੋ ਜੀ ਇੰਡਕਟਿਵ ਮੈਥਡ। ਜਦੋਂ ਤੁਸੀਂ ਡਿਡਕਟਿਵ ਮੈਥਡ ਦੀ ਗੱਲ ਕਰਦੇ ਹੋ ਇਹਦੇ ਵਿੱਚ ਆਪਾਂ ਰੂਲਸ ਟੂ ਐਗਜ਼ਾਮਪਲਸ ਵੱਲ ਜਾਂਦੇ ਆ ਕਿ ਪਹਿਲਾਂ ਬੱਚਿਆਂ ਨੂੰ ਆਪਾਂ ਰੂਲਸ ਦੱਸਦੇ ਹਾਂ, ਉਸ ਤੋਂ ਬਾਅਦ ਬੱਚਿਆਂ ਨੂੰ ਆਪਾਂ ਉਦਾਹਰਨਾਂ ਦੱਸਦੇ ਹੈਗੇ ਆ ਤੇ ਫਿਰ ਉਹਨੂੰ ਡਿਡਕਟਿਵ ਮੈਥਡ ਦਾ ਨਾਮ ਦਿੱਤਾ ਜਾਂਦਾ ਆ। ਡਿਡਕਟਿਵ ਮੈਥਡ ਮਤਲਬ ਨਿਗਮਨ ਵਿਧੀ, ਇੰਡਕਟਿਵ ਮੈਥਡ ਮਤਲਬ ਆਗਮਨ ਵਿਧੀ। ਹੁਣ ਤੁਸੀਂ ਦੱਸ ਦਿਓ ਜਵਾਬ ਕੀ ਸਹੀ ਹੋਊਗਾ। ਜਦੋਂ ਆਪਾਂ ਉਦਾਹਰਨਾਂ ਤੋਂ ਨਿਯਮ ਵੱਲ ਜਾ ਰਹੇ ਹਾਂ ਸੋ ਪਹਿਲਾ ਜਿਹੜਾ ਆਪਸ਼ਨ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਆਗਮਨ ਵਿਧੀ, ਇਹੀ ਜਵਾਬ ਤੁਹਾਡਾ ਸਹੀ ਹੋਊਗਾ। ਆਪਸ਼ਨ ਨੰਬਰ A ਤੇ ਲਗਾ ਦਿਓ ਟਿਕ। ਤੇ ਆਪਾਂ ਚੱਲਦੇ ਹਾਂ ਜੀ ਅੱਜ ਦੇ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਆ ਵਿਆਕਰਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਿਆਕਰਣ ਤੋਂ ਬਿਨਾਂ ਭਾਸ਼ਾ ਦੀ ਸਿੱਖਿਆ ਅਧੂਰੀ ਹੈਗੀ ਹੈ। ਸਿਧਾਂਤਾਂ, ਨਿਯਮਾਂ ਅਤੇ ਸੰਰਚਨਾਵਾਂ ਨੂੰ ਰੱਟਾ ਲਗਾ ਕੇ ਯਾਦ ਕਰਾਉਣ ਦੀ ਜਿਹੜੀ ਵਿਧੀ ਹੈਗੀ ਆ ਇਹਨਾਂ ਵਿੱਚੋਂ ਵਿਆਕਰਣ ਦੀ ਕਿਹੜੀ ਕਿਸਮ ਹੈਗੀ ਆ? ਕੀ ਇਹ ਪ੍ਰਾਸੰਗਿਕ ਵਿਆਕਰਣ ਹੈ, ਸਿਧਾਂਤਕ ਵਿਆਕਰਣ ਹੈ, ਵਿਵਹਾਰਕ ਵਿਆਕਰਣ ਹੈ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ? ਜਦੋਂ ਆਪਾਂ ਗੱਲ ਕਰਦੇ ਹੈਗੇ ਆ ਸਿਧਾਂਤਾਂ ਦੀ, ਨਿਯਮਾਂ ਦੀ ਤੇ ਸੰਰਚਨਾਵਾਂ ਦੀ, ਇਹਨਾਂ ਨੂੰ ਰੱਟਾ ਲਗਾਉਣ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਰੱਟਾ ਲਗਾ ਕੇ ਯਾਦ ਕਰਾਉਣ ਦੀ ਜਿਹੜੀ ਵਿਧੀ ਹੈਗੀ ਆ ਉਹਨੂੰ ਤੁਸੀਂ ਨਾਮ ਦਿੰਦੇ ਹੋ। ਮੈਂ ਸਹੀ ਜਵਾਬ ਤੇ ਟਿਕ ਲਗਾਉਣ ਜਾ ਰਿਹਾ, ਤੁਸੀਂ ਵੀ ਲਗਾ ਦਿਓ। ਆਪਸ਼ਨ ਨੰਬਰ B ਜਵਾਬ ਤੁਹਾਡਾ ਸਹੀ ਹੋਊਗਾ ਸਿਧਾਂਤਕ ਵਿਆਕਰਣ। ਸਿਧਾਂਤਕ ਵਿਆਕਰਣ ਇਹਦਾ ਸਹੀ ਜਵਾਬ ਹੋਊਗਾ ਜੀ। ਇਸ ਵਿਆਕਰਣ ਦੇ ਵਿੱਚ ਆਪਾਂ ਸਿਧਾਂਤਾਂ, ਨਿਯਮਾਂ ਅਤੇ ਸੰਰਚਨਾਵਾਂ ਨੂੰ ਰੱਟਾ ਲਗਾ ਕੇ ਯਾਦ ਕਰਾਉਣ ਦੀ ਗੱਲ ਕਰਦੇ ਹੈਗੇ ਆ। ਆਪਸ਼ਨ ਨੰਬਰ B ਨੂੰ ਟਿਕ ਲਗਾਉਣ ਤੋਂ ਬਾਅਦ ਐਂਡ ਤੁਸੀਂ ਲਾਸਟ ਤੇ ਮੈਨੂੰ ਇਹ ਵੀ ਜ਼ਰੂਰ ਦੱਸਣਾ ਆ ਤੁਹਾਡੇ 15 ਵਿੱਚੋਂ ਇੱਥੇ ਕਿੰਨੇ ਨੰਬਰ ਬਣੇ ਨੇ। ਵੇਖਦੇ ਹਾਂ। ਵੈਸੇ ਉਮੀਦ ਮੈਂ ਇਹੀ ਕਰੂੰਗਾ ਕਾਫੀ ਪ੍ਰਸ਼ਨ ਤੁਹਾਡੇ ਹੱਲ ਹੋ ਜਾਣਗੇ, ਕਿਉਂਕਿ ਪਹਿਲਾਂ ਵਾਲਾ ਜਿਹੜਾ ਪ੍ਰੀਵੀਅਸ ਈਅਰ ਆਇਆ ਸੀਗਾ ਜੀ ਉਹ ਸੌਖਾ ਹੀ ਆਇਆ ਸੀਗਾ ਤੇ ਹਰ ਵਾਰ ਸੌਖੇ ਹੀ ਆਉਂਦੇ ਹੈਗੇ ਆ ਜੇਕਰ ਆਪਾਂ ਪੰਜਾਬੀ ਪੈਡਾਗੋਜੀ ਦੀ ਗੱਲ ਕਰਦੇ ਹਾਂ। ਜੇਕਰ ਤੁਸੀਂ ਸਿਰਫ ਪੁਰਾਣੇ ਪ੍ਰਸ਼ਨਾਂ ਨੂੰ ਹੀ ਹੱਲ ਕਰ ਲੈਂਦੇ ਹੋ ਜਾਂ ਫਿਰ ਮੇਰੇ ਦੁਆਰਾ ਬਣਾਈਆਂ ਗਈਆਂ ਵੀਡੀਓਜ਼ ਵੀ ਦੇਖ ਲੈਂਦੇ ਹੋ ਤਾਂ ਵੀ ਤੁਹਾਡੇ ਠੀਕ ਠਾਕ ਨੰਬਰ ਆ ਜਾਣਗੇ। ਗੱਲ ਕਰ ਲੈਂਦੇ ਹਾਂ ਥਰਡ ਪ੍ਰਸ਼ਨ ਦੀ। ਤਖਸ਼ੀਸ਼ੀ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਹੈ, ਇਹਨੂੰ ਤੁਸੀਂ ਡਾਇਗਨੋਸਟਿਕ ਟੀਚਿੰਗ ਕਹਿ ਦਿੰਦੇ ਹੋ। ਕਿ ਤਖਸ਼ੀਸ਼ੀ ਸਿੱਖਿਆ ਤੋਂ ਕੀ ਭਾਵ ਹੈ? ਸਿੱਧਾ ਤੁਹਾਡੇ ਤੋਂ ਪੁੱਛ ਲਿਆ ਗਿਆ, ਦੱਸੋ ਇਹਦਾ ਕੀ ਜਵਾਬ ਹੋਊਗਾ? ਬੱਚੇ ਦੀ ਅਗਲੀ ਜਮਾਤ ਵਿੱਚ ਵਾਧਾ ਕਰਨਾ ਜਾਂ ਫਿਰ ਆਪਸ਼ਨ ਨੰਬਰ B ਬੱਚੇ ਦੀ ਭਾਸ਼ਾ ਸੰਬੰਧੀ ਤਰੁੱਟੀਆਂ ਅਤੇ ਦੋਸ਼ਾਂ ਦਾ ਪਤਾ ਲਗਾਉਣਾ ਜਾਂ ਫਿਰ ਆਪਸ਼ਨ ਨੰਬਰ C ਬੱਚੇ ਤੋਂ ਨਿਬੰਧਾਤਮਕ ਪ੍ਰਸ਼ਨ ਪੁੱਛਣੇ ਜਾਂ ਫਿਰ ਆਪਸ਼ਨ ਨੰਬਰ D ਬੱਚੇ ਤੋਂ ਮੌਖਿਕ ਪ੍ਰਸ਼ਨ ਪੁੱਛਣੇ। ਤਖਸ਼ੀਸ਼ੀ ਸਿੱਖਿਆ ਦੇ ਵਿੱਚ ਆਪਾਂ ਕਰਦੇ ਕੀ ਆ ਜਦੋਂ ਆਪਾਂ ਡਾਇਗਨੋਸਟਿਕ ਟੀਚਿੰਗ ਦੀ ਗੱਲ ਕਰਦੇ ਹੈਗੇ ਆ ਬੱਚੇ ਦੀ ਭਾਸ਼ਾ ਸੰਬੰਧੀ ਜਿਹੜੀਆਂ ਵੀ ਤਰੁੱਟੀਆਂ ਅਤੇ ਦੋਸ਼ਾਂ ਦਾ ਪਤਾ ਲਗਾਉਣ ਦੀ ਆਪਾਂ ਇਹਦੇ ਵਿੱਚ ਗੱਲ ਕਰਦੇ ਹੈਗੇ ਆ। ਸੋ ਆਪਸ਼ਨ ਨੰਬਰ B ਜਿਹੜਾ ਜਵਾਬ ਹੋਊਗਾ ਜੀ ਇਹ ਤੁਹਾਡਾ ਸਹੀ ਜਵਾਬ ਹੈਗਾ ਆ। ਤੇ ਇਸ ਪ੍ਰਸ਼ਨ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੁਲੀਆ ਸ਼ਬਦ ਦਾ ਕੀ ਅਰਥ ਹੈਗਾ ਜੀ? ਹੌਲੀ ਹੌਲੀ ਚੱਲਣਾ, ਰੌਲਾ ਰੱਪਾ, ਹੁਣੇ ਹੁਣੇ ਜਾਂ ਫਿਰ ਸ਼ਕਲ ਸੂਰਤ। ਹੁਲੀਆ ਨਾਮ ਤੋਂ ਕਲੀਅਰ ਹੋ ਰਿਹਾ ਕਿ ਆਪਾਂ ਗੱਲ ਕਰ ਰਹੇ ਹੈਗੇ ਆ ਸ਼ਕਲ ਸੂਰਤ ਦੀ। ਸੋ ਆਪਸ਼ਨ ਨੰਬਰ D ਜਵਾਬ ਤੇ ਤੁਸੀਂ ਟਿਕ ਲਗਾ ਲਿਓ
ਗ੍ਰਾਮਰ ਬੇਸਡ ਪ੍ਰਸ਼ਨ ਹੈਗਾ ਆ ਜੋ ਕਿ ਬਹੁਤ ਜ਼ਿਆਦਾ ਸੌਖਾ ਸੀਗਾ। ਅੱਗੇ ਪ੍ਰਸ਼ਨ ਦੇਖੋ, 4 ਭਾਂਡੇ ਹੋਣਗੇ ਤਾਂ ਡੈਸ਼। ਇਸ ਵਾਕ ਵਿੱਚ ਦੱਸੋ ਖਾਲੀ ਥਾਂ ਨੂੰ ਢੁਕਵਾਂ ਸ਼ਬਦ ਆਪਾਂ ਚੁਣ ਕੇ ਭਰਨਾ ਆ। ਟੁੱਟਣਗੇ, ਖੜਕਣਗੇ, ਫੁੱਟਣਗੇ ਜਾਂ ਫਿਰ ਸੱਜਣਗੇ। ਸੋ ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਕੀ ਹੋਊਗਾ, ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ। ਸੋ ਆਪਸ਼ਨ ਨੰਬਰ ਬੀ ਜਿਹੜਾ ਜਵਾਬ ਹੈਗਾ ਜੀ ਉਹ ਤੁਹਾਡਾ ਸਹੀ ਹੋਊਗਾ। ਤੇ ਚੱਲਦੇ ਆ, ਇਹ ਵੀ ਕਾਫੀ ਸੌਖਾ ਪ੍ਰਸ਼ਨ ਸੀਗਾ। ਸੋ ਕਿਉਂ ਮੰਦਾ ਆਖੀਏ ਕਿਸ ਦੀ ਰਚਨਾ ਹੈਗੀ ਆ ਜੀ? ਕੀ ਇਹਦਾ ਜਵਾਬ ਆਪਸ਼ਨ ਨੰਬਰ ਏ ਹੈ ਗੁਰੂ ਨਾਨਕ ਦੇਵ ਜੀ, ਜਾਂ ਫਿਰ ਆਪਸ਼ਨ ਨੰਬਰ ਬੀ ਸ਼੍ਰੀ ਗੁਰੂ ਅਰਜਨ ਦੇਵ ਜੀ, ਜਾਂ ਫਿਰ ਆਪਸ਼ਨ ਨੰਬਰ ਸੀ ਭਾਈ ਗੁਰਦਾਸ ਜੀ ਦੀ, ਜਾਂ ਫਿਰ ਆਪਸ਼ਨ ਨੰਬਰ ਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਇਹ ਜਿਹੜੀਆਂ ਲਾਈਨਾਂ ਨੇ ਜੀ ਇਹਨਾਂ ਦੀ ਜਿਹੜੀ ਰਚਨਾ ਕੀਤੀ ਗਈ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਚਲੋ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪੰਜਾਬੀ ਭਾਸ਼ਾ ਦੀਆਂ ਗੁਲਾਈਦਾਰ ਜਿਹੜੀਆਂ ਧੁਨੀਆਂ ਨੇ, ਪੰਜਾਬੀ ਭਾਸ਼ਾ ਦੀਆਂ ਗੁਲਾਈਦਾਰ ਧੁਨੀਆਂ ਕਿਹੜੀਆਂ ਨੇ ਜੀ? ਆ ਊ ਊ ਓ ਏ ਈ ਏ ਆ ਓ ਊ। ਬਿਨਾਂ ਕਿਸੇ ਰੋਕ ਟੋਕ ਦੇ ਆਵਾਜ਼ ਨਾ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ। ਸੋ ਆਪਸ਼ਨ ਨੰਬਰ ਜਿਹੜਾ ਡੀ ਹੈ, ਗੁਲਾਈਦਾਰ ਵੀ ਆਵਾਜ਼ ਵੀ ਤੁਸੀਂ ਜਦੋਂ ਇਹਨਾਂ ਨੂੰ ਬੋਲ ਕੇ ਵੇਖੋਗੇ, ਆਪਸ਼ਨ ਨੰਬਰ ਡੀ ਹੀ ਹੈ ਜਿਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਆਵਾਜ਼ ਦੇਖਣ ਨੂੰ ਮਿਲੇਗੀ। ਸੋ ਗੁਲਾਈਦਾਰ ਧੁਨੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈਗਾ ਆ। ਅੱਗੇ ਪ੍ਰਸ਼ਨ ਦੇਖ ਲਓ, ਕਸੂਰ ਕਿਸੇ ਦਾ ਤੇ ਗੁੱਸਾ ਕਿਸੇ ਹੋਰ ਤੇ, ਸਟੈਟਿਕ ਬੇਸਡ ਹੀ ਪ੍ਰਸ਼ਨ ਹੈਗਾ ਆ। ਦੇ ਆਧਾਰ ਤੇ ਢੁਕਵਾਂ ਅਖਾਣ ਦੱਸੋ, ਇਹਦਾ ਕੀ ਜਵਾਬ ਹੋਊਗਾ ਜੀ? ਥੋਥਾ ਚਨਾ ਬਾਜੇ ਘਨਾ। ਅੱਗੇ ਆਪਸ਼ਨਾਂ ਵੇਖੋ, ਡਿੱਗੀ ਖੋਤੇ ਤੇ ਗੁੱਸਾ ਘੁਮਿਆਰ ਤੇ, ਜਾਂ ਫਿਰ ਆਪਸ਼ਨ ਨੰਬਰ ਸੀ ਤੇਲ ਦੇਖੋ ਤੇਲ ਦੀ ਧਾਰ ਦੇਖੋ, ਜਾਂ ਫਿਰ ਆਪਸ਼ਨ ਨੰਬਰ ਡੀ ਛੋਟਾ ਮੂੰਹ ਤੇ ਵੱਡੀ ਗੱਲ। ਕਸੂਰ ਕਿਸੇ ਦਾ ਤੇ ਗੁੱਸਾ ਕਿਸੇ ਹੋਰ ਤੇ, ਮਤਲਬ ਇਹ ਕਿ ਡਿੱਗੀ ਖੋਤੇ ਤੇ ਗੁੱਸਾ ਘੁਮਿਆਰ ਤੇ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈਗਾ ਜੀ ਇਹ ਤੁਹਾਡਾ ਜਵਾਬ ਬਿਲਕੁਲ ਹੀ ਸਹੀ ਹੈ। ਅੱਗੇ ਵੇਖੋ, ਵਿਅੰਜਨ ਪ ਦਾ ਜਿਹੜਾ ਉਚਾਰਨ ਸਥਾਨ ਹੈਗਾ ਜਾਂ ਉਹ ਕਿਹੜਾ ਆ? ਕੀ ਇਹ ਮੂਰਧਨੀ ਹੈ, ਕੀ ਇਹ ਦੋ ਹੋਠੀ ਹੈ, ਜਾਂ ਫਿਰ ਕਠੋਰ ਤਾਲਵੀ ਹੈ, ਜਾਂ ਫਿਰ ਕੋਮਲ ਤਾਲਵੀ ਹੈ? ਪ ਨੂੰ ਜਦੋਂ ਤੁਸੀਂ ਬੋਲਦੇ ਹੋ ਤੁਸੀਂ ਵੇਖ ਲਓ ਤੁਹਾਡਾ ਕਿਹੜਾ ਜਿਹੜਾ ਆਰਗਨ ਆਫ ਸਪੀਚ ਜਿਹਨੂੰ ਤੁਸੀਂ ਕਹਿੰਦੇ ਹੋ ਵਰਤੋਂ ਹੋ ਰਹੀ ਹੈ। ਸੋ ਬਿਲਕੁਲ ਇਹਦਾ ਜਵਾਬ ਹੈਗਾ ਜੀ ਦੋ ਹੋਠੀ, ਦੋਨੋਂ ਲਿਪਸ ਦੀ ਵਰਤੋਂ ਕੀਤੀ ਜਾ ਰਹੀ ਹੈ ਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਵਿਅੰਜਨ ਪ, ਦੋ ਹੋਠੀ ਧੁਨੀ। ਆਪਸ਼ਨ ਨੰਬਰ ਬੀ ਤੇ ਲਗਾ ਲਿਓ ਟਿਕ। ਅਗਲਾ ਪ੍ਰਸ਼ਨ ਦੇਖੋ, ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਕਿਹੜੀ ਹੈ ਜੀ? ਇਹ ਮੈਨੂੰ ਲੱਗਦਾ ਜਿਹੜੀ ਆਪਣੀ ਪਹਿਲੀ ਕਲਾਸ ਸੀਗੀ ਪੰਜਾਬੀ ਪੈਡਾਗੋਜੀ ਪਲੱਸ ਗ੍ਰਾਮਰ ਦੀ ਥਿਊਰੀ ਵਾਲੀ ਕਲਾਸ ਜਿਹੜੀ ਕਿ ਮੈਂ 2-3 ਦਿਨ ਪਹਿਲਾਂ ਬਣਾਈ ਸੀਗੀ, ਉਹਦੇ ਵਿੱਚ ਵੀ ਇਹ ਮੈਂਸ਼ਨ ਕੀਤਾ ਹੋਇਆ ਸੀਗਾ। ਸਟੈਟਿਕ ਬੇਸਡ ਪ੍ਰਸ਼ਨ ਹੈ ਜੀ, ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਕਿਹੜੀ ਹੈ? ਕੀ ਇਹ ਮਲਵਈ ਹੈ, ਕੀ ਇਹ ਮਾਝੀ ਹੈ, ਜਾਂ ਫਿਰ ਦੁਆਬੀ ਹੈ, ਜਾਂ ਫਿਰ ਪੋਠੋਹਾਰੀ ਹੈ? ਆਪਸ਼ਨ ਨੰਬਰ ਬੀ ਜਿਹੜਾ ਜਵਾਬ ਹੈਗਾ ਜੀ ਉਹ ਤੁਹਾਡਾ ਜਵਾਬ ਬਿਲਕੁਲ ਹੀ ਸਹੀ ਆ। ਐਂਡ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਦੇਖੋ, ਸਾਰਿਆਂ ਦੀ ਇੱਕ ਰਾਏ ਨੂੰ ਕਿਹਾ ਕੀ ਜਾਂਦਾ ਆ? ਕੀ ਇਹ ਸਰਬਸੰਮਤੀ ਹੈ, ਜਾਂ ਫਿਰ ਇਹ ਪਰਉਪਕਾਰੀ ਹੈ, ਅਗਰਗਾਮੀ ਹੈ, ਜਾਂ ਫਿਰ ਇਕਸਾਰਤਾ ਹੈ? ਸਾਰਿਆਂ ਦੀ ਇੱਕੋ ਰਾਹ ਹੁੰਦੀ ਹੈ ਜਦੋਂ ਇੱਕੋ ਹੀ ਉਹਨਾਂ ਦਾ ਡਿਸੀਜਨ ਹੁੰਦਾ ਆ, ਜਿਵੇਂ ਸਰਬਸੰਮਤੀ। ਨਾਲ ਹੀ ਅੱਜ ਕੱਲ੍ਹ ਜਿਹੜੀ ਹੁਣੇ ਪੰਚਾਇਤ ਇਲੈਕਸ਼ਨ ਹੋਈ ਸੀਗੀ ਉਸ ਤੋਂ ਪਹਿਲਾਂ ਹੀ ਸਰਬਸੰਮਤੀ ਨਾਲ ਬਹੁਤ ਸਾਰੇ ਸਰਪੰਚ ਚੁਣ ਲਏ ਗਏ ਸੀਗੇ। ਮਤਲਬ ਸਾਰਿਆਂ ਦੀ ਇੱਕੋ ਹੀ ਰਾਹ ਜਿਹੜੀ ਹੁੰਦੀ ਹੈਗੀ ਆ ਉਹਨੂੰ ਤੁਸੀਂ ਸਰਬਸੰਮਤੀ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ। ਅੱਗੇ ਪ੍ਰਸ਼ਨ ਵੇਖੋ, ਜਮਾਤ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਜਮਾਤ ਦੇ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਦੇ ਵਿਦਿਆਰਥੀ ਬੈਠੇ ਹੋਏ ਨੇ ਜੀ, ਤੇ ਅਧਿਆਪਕ ਨੂੰ ਪੰਜਾਬੀ ਦੇ ਕਿਹੜੇ ਰੂਪ ਦੀ ਵਰਤੋਂ ਕਰਨੀ ਚਾਹੀਦੀ ਹੈ? ਤੁਸੀਂ ਦੱਸੋ, ਕੀ ਅਧਿਆਪਕ ਨੂੰ ਦੁਆਬੀ ਦੀ ਵਰਤੋਂ ਕਰਨੀ ਚਾਹੀਦੀ ਹੈ, ਮਿਆਰੀ, ਪੁਆਧੀ, ਜਾਂ ਫਿਰ ਮਲਵਈ? ਸੋ ਆਪਾਂ ਯੂਨੀਵਰਸਲ ਦੀ ਹੀ ਯੂਜ਼ ਕਰਾਂਗੇ, ਟਕਸਾਲੀ ਦੀ ਕਰਾਂਗੇ, ਜਾਂ ਫਿਰ ਮਾਨਕ ਜਿਹੜੀ ਹੋਊਗੀ ਸਾਰੇ ਪੰਜਾਬ ਦੇ ਵਿੱਚ ਵਰਤੀ ਜਾਂਦੀ ਹੋਊਗੀ ਭਾਸ਼ਾ ਮੇਨ ਆਪਾਂ ਉਹਦੀ ਹੀ ਵਰਤੋਂ ਕਰਾਂਗੇ। ਸੋ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਦੇ ਜੇਕਰ ਵਿਦਿਆਰਥੀ ਬੈਠੇ ਆ ਤੇ ਅਧਿਆਪਕ ਨੂੰ ਪੰਜਾਬੀ ਦੇ ਮਿਆਰੀ ਰੂਪ ਨੂੰ ਹੀ ਵਰਤਣਾ ਚਾਹੀਦਾ ਆ। ਸੋ ਆਪਸ਼ਨ ਨੰਬਰ ਬੀ ਜਿਹੜਾ ਜਵਾਬ ਹੋਊਗਾ ਜੀ ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੋਣਾ ਆ। ਅੱਗੇ ਵੇਖੋ ਪ੍ਰਸ਼ਨ, ਇੱਕ ਕਵਿਤਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਸੇ ਟੀਚਰ ਦੁਆਰਾ ਕਵਿਤਾ ਪੜ੍ਹਾਈ ਜਾ ਰਹੀ ਆ ਤੇ ਅਧਿਆਪਕ ਠੀਕ ਹਾਵ ਭਾਵ ਜਿਹੜੇ ਐਕਸਪ੍ਰੈਸ਼ਨ ਹੈ ਜੀ ਉਹ ਦਿਖਾ ਰਿਹਾ ਕਵਿਤਾ ਪੜ੍ਹਦੇ ਪੜ੍ਹਦੇ, ਤੇ ਇਸ ਨੂੰ ਤੁਸੀਂ ਕਹਿੰਦੇ ਕੀ ਹੋ? ਕੀ ਤੁਸੀਂ ਇਹਨੂੰ ਅਨੁਕਰਨ ਵਾਚਨ ਕਹੋਗੇ, ਜਾਂ ਫਿਰ ਆਦਰਸ਼ ਵਾਚਨ, ਜਾਂ ਫਿਰ ਮੌਨ ਪਾਠ, ਜਾਂ ਫਿਰ ਉੱਚੀ ਪਾਠ? ਵੈਸੇ ਜੇਕਰ ਤੁਹਾਨੂੰ ਨਹੀਂ ਵੀ ਆਉਂਦਾ ਨਾ, ਤੁਸੀਂ ਇੱਕ ਵਾਰ ਰੀਡ ਕਰੋਗੇ ਕੁਐਸਚਨ ਨੂੰ, ਮੈਨੂੰ ਲੱਗਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਆ ਵੀ ਕਿਹੜਾ ਜਵਾਬ ਸਹੀ ਹੋਊਗਾ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੈਗਾ ਜੀ ਆਈਡੀਅਲ ਟੀਚਿੰਗ ਹੈ ਨਾ, ਆਈਡੀਅਲ ਰੀਡਿੰਗ ਜਦੋਂ ਆਪਾਂ ਕਹਿੰਦੇ ਆ ਕਿ ਆਦਰਸ਼ ਵਾਚਨ, ਇਹਦੇ ਵਿੱਚ ਜਿਹੜਾ ਹੋਊਗਾ ਜੀ ਉਹ ਬਿਲਕੁਲ ਤੁਹਾਡਾ ਸਹੀ ਹੋਣਾ ਆ ਕਿ ਹਾਵ ਭਾਵ ਨਾਲ ਕਵਿਤਾ ਪੜ੍ਹ ਰਿਹਾ ਜਿਹੜਾ ਟੀਚਰ ਹੈ। ਸੋ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਬਿਲਕੁਲ ਸਹੀ ਹੋਣਾ ਆ। ਅੱਗੇ ਇੱਕ ਸੈਕਿੰਡ ਲਾਸਟ ਪ੍ਰਸ਼ਨ ਰਹਿ ਗਿਆ ਜੀ ਕਿ ਮੁਲਾਂਕਣ ਤੇ ਪ੍ਰੀਖਿਆ ਵਿੱਚ ਕੀ ਫਰਕ ਹੈਗਾ ਆ? ਮੁਲਾਂਕਣ ਕੀ ਹੁੰਦਾ ਆ? ਅਸੈਸਮੈਂਟ ਐਂਡ ਇਵੈਲੂਏਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਪ੍ਰੀਖਿਆ ਇੱਕ ਐਗਜ਼ਾਮ ਹੈ, ਵੀ ਇਹਦਾ ਵਿੱਚ ਫਰਕ ਕੀ ਹੈ?
ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ, ਪ੍ਰੀਖਿਆ ਮੁਲਾਂਕਣ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ, ਜਾਂ ਫਿਰ ਪ੍ਰੀਖਿਆ ਵਿੱਚ ਹੀ ਮੁਲਾਂਕਣ ਹੁੰਦਾ ਹੈ, ਜਾਂ ਫਿਰ ਦੋਹਾਂ ਵਿੱਚ ਕੋਈ ਫਰਕ ਨਹੀਂ। ਸੋ ਬਿਲਕੁਲ ਇਹ ਗੱਲ ਠੀਕ ਲਿਖੀ ਹੈ ਵੀ ਪ੍ਰੀਖਿਆ ਵਿੱਚ ਆਪਾਂ ਮੁਲਾਂਕਣ ਕਰਦੇ ਹੈਗੇ ਆ, ਬਟ ਇਹਨਾਂ ਨੇ ਤਾਂ ਫਰਕ ਪੁੱਛਿਆ, ਇਹ ਤਾਂ ਕੋਈ ਫਰਕ ਨਹੀਂ ਹੈਗਾ। ਸੋ ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਆ ਕਿ ਮੁਲਾਂਕਣ ਪ੍ਰੀਖਿਆ ਤੋਂ ਜਿਹੜਾ ਹੈਗਾ ਆ ਵਧੇਰੇ ਵਿਆਪਕ ਤੇ ਵਿਸ਼ਾਲ ਹੈ। ਸੋ ਬਿਲਕੁਲ ਮੁਲਾਂਕਣ ਕਰਨ ਦੇ ਲਈ ਆਪਾਂ ਪ੍ਰੀਖਿਆ ਦਾ ਸਹਾਰਾ ਲੈਂਦੇ ਆ। ਜੇਕਰ ਤੁਸੀਂ ਕਿਸੇ ਬੱਚੇ ਦਾ ਮੁਲਾਂਕਣ ਕਰਨਾ ਆ, ਤੁਸੀਂ ਬੱਚੇ ਦੀ ਪ੍ਰੀਖਿਆ ਲਓਗੇ, ਸੋ ਮੁਲਾਂਕਣ ਦਾ ਇੱਕ ਪਾਰਟ ਹੈਗਾ ਆ, ਛੋਟਾ ਜਿਹਾ ਪਾਰਟ ਹੈ ਜਿਹੜੀ ਪ੍ਰੀਖਿਆ ਆ। ਸੋ ਆਪਸ਼ਨ ਨੰਬਰ ਇਹ ਜਵਾਬ ਨੂੰ ਨਾ ਤੁਸੀਂ ਟਿਕ ਲਗਾ ਲਿਓ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅੱਗੇ ਪ੍ਰਸ਼ਨ ਦੇਖੋ, ਸਥੂਲ ਤੇ ਸੂਖਮ ਬਲ ਦਾ ਜਿਹੜਾ ਸਿਧਾਂਤ ਹੈਗਾ ਆ ਕਿਸ ਵੇਲੇ ਵਧੇਰੇ ਵਰਤੋਂ ਵਿੱਚ ਆਉਂਦਾ ਆ। ਸੋ ਸਥੂਲ ਤੋਂ ਸੂਖਮ, ਸਥੂਲ ਕਹਿ ਲਓ ਜਿਨ੍ਹਾਂ ਨੂੰ ਤੁਸੀਂ ਹੱਥ ਲਗਾ ਸਕਦੇ ਹੋ, ਜਿਹੜੀਆਂ ਕਿ ਚੀਜ਼ਾਂ ਹੁੰਦੀਆਂ ਨੇ, ਸੂਖਮ ਜਿਹਨੂੰ ਤੁਸੀਂ ਨਹੀਂ ਹੱਥ ਲਗਾ ਸਕਦੇ, ਅਬਸਟਰੈਕਟ ਥਿੰਕਿੰਗ ਵਗੈਰਾ, ਤੇ ਉਹਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਤੁਸੀਂ ਇਸ ਵੱਲ ਜਾਣਾ ਆ ਤੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਵਧੇਰੇ ਵਰਤੋਂ ਵਿੱਚ ਆਊਗੀ, ਦੇਖਣ ਸੁਣਨ ਸਾਧਨਾਂ ਦੀ ਵਰਤੋਂ ਵੇਲੇ, ਬੱਚੇ ਦੀ ਪ੍ਰੀਖਿਆ ਵੇਲੇ, ਪਾਠ ਪੁਸਤਕ ਪੜ੍ਹਦੇ ਹੋਏ, ਜਾਂ ਫਿਰ ਆਪਸੀ ਵਾਰਤਾਲਾਪ ਕਰਦੇ ਹੋਏ। ਸਹੀ ਜਵਾਬ ਦੀ ਆਪਾਂ ਗੱਲ ਕਰਾਂਗੇ। ਸਹੀ ਜਵਾਬ ਜਿਹੜਾ ਹੋਊਗਾ ਜੀ ਕਿ ਜਿਹੜੇ ਦੇਖਣ ਸੁਣਨ ਦੇ ਸਾਧਨ ਹੁੰਦੇ ਆ, ਆਡੀਓ ਵੀਡੀਓ ਏਡਸ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੀ ਆਪਾਂ ਵਰਤੋਂ ਕਰਾਂਗੇ ਤੇ ਆਪਾਂ ਵਧੇਰੇ ਵਰਤੋਂ ਇਸ ਟਾਈਮ ਦੇ ਵਿੱਚ ਕਰ ਸਕਦੇ ਹਾਂ ਇਸ ਸਿਧਾਂਤ ਦੇ ਵਿੱਚ। ਸੋ ਜਦੋਂ ਇਹ ਚੀਜ਼ਾਂ ਪੜ੍ਹਨੀਆਂ ਹੋਣ, ਕਿਉਂਕਿ ਆਪਾਂ ਫੋਟੋਜ਼ ਜਾਂ ਫਿਰ ਚੀਜ਼ਾਂ ਨੂੰ ਦੇਖ ਕੇ ਬਹੁਤ ਚੀਜ਼ਾਂ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਤੇ ਬੱਚਿਆਂ ਨੂੰ ਵੀ ਕਰਵਾ ਸਕਦੇ ਹਾਂ। ਸੋ ਆਪਸ਼ਨ ਨੰਬਰ ਇਹ ਜਵਾਬ ਤੁਹਾਡਾ ਬਿਲਕੁਲ ਸਹੀ ਹੋਊਗਾ। ਬਾਕੀ ਤੁਸੀਂ ਮੈਨੂੰ ਦੱਸਿਓ 15 ਵਿੱਚੋਂ ਇੱਥੇ ਤੁਹਾਡੇ ਕਿੰਨੇ ਨੰਬਰ ਬਣੇ ਨੇ। ਕੋਈ ਪੰਜਾਬੀ ਪੈਡਾਗੋਜੀ ਦਾ ਜਿਹੜਾ ਵਿਸ਼ਾ ਹੈਗਾ ਜੀ ਕੋਈ ਬਹੁਤਾ ਔਖਾ ਨਹੀਂ ਹੁੰਦਾ, ਤੇ ਮੈਂ ਇਹੋ ਜਿਹੀਆਂ ਵੀਡੀਓਜ਼ ਬਣਾ ਕੇ ਜਸਟ ਤੁਹਾਨੂੰ ਇੱਕ ਸੈਂਪਲ ਦੇ ਰਿਹਾ, ਥੋੜ੍ਹੀ ਬਹੁਤ ਤਿਆਰੀ ਕਰਵਾ ਰਿਹਾ, ਜ਼ਿਆਦਾ ਨਹੀਂ ਤਿਆਰੀ ਕਰਵਾ ਰਿਹਾ ਮੈਂ,